ओम शांति। आज सुनते हाँ 5 नवंबर 2023 ਦੇ ਬਾਬਾ ਦੇ ਅਵਿਕਤ ਮਹਾਵਾਕ ਰਿਵਾਈਜ਼ ਕੋਰਸ ਦੀ ਮੁਰਲੀ ਹੈ 10 ਮਾਰਚ 1996 ਦੀ। ਮੁਰਲੀ ਦਾ ਸਾਰ ਹੈ ਕਰਨਹਾਰ ਤੇ ਕਰਾਵਨਹਾਰ ਦੀ ਸਮਰਿਤੀ ਨਾਲ ਕਰਮਾਤੀਤ ਸਥਿਤੀ ਦਾ ਅਨੁਭਵ। ਕਰਨਹਾਰ ਕਰਾਵਨਹਾਰ ਦੀ ਸਮਰਿਤੀ ਨਾਲ ਕਰਮਾਤੀਤ ਸਥਿਤੀ ਦਾ ਅਨੁਭਵ। ਅੱਜ ਕਲਿਆਣਕਾਰੀ ਬਾਪ ਆਪਣੇ ਸਾਥੀ ਕਲਿਆਣਕਾਰੀ ਬੱਚਿਆਂ ਨੂੰ ਦੇਖ ਰਹੇ ਨੇ। ਸਾਰੇ ਬੱਚੇ ਬੜੀ ਲਗਨ ਨਾਲ ਪਿਆਰ ਨਾਲ ਵਿਸ਼ਵ ਕਲਿਆਣ ਦਾ ਕਾਰਜ ਕਰਨ ਵਿੱਚ ਲੱਗੇ ਹੋਏ ਨੇ। ਅਜਿਹੇ ਸਾਥੀਆਂ ਨੂੰ ਦੇਖ ਬਾਪ ਦਾਦਾ ਸਦਾ ਵਾਹ ਸਾਥੀ ਬੱਚੇ ਵਾਹ ਇਹ ਗੀਤ ਗਾਉਂਦੇ ਰਹਿੰਦੇ ਨੇ। ਤੁਸੀਂ ਵੀ ਸਾਰੇ ਵਾਹ ਵਾਹ ਦੇ ਗੀਤ ਗਾਉਂਦੇ ਰਹਿੰਦੇ ਹੋ ਨਾ। ਅੱਜ ਬਾਪ ਦਾਦਾ ਨੇ ਚਾਰੋਂ ओर ਦੇ ਸੇਵਾ ਦੀ ਗਤੀ ਨੂੰ ਦੇਖਿਆ, ਨਾਲ ਨਾਲ ਸਵ ਪੁਰਸ਼ਾਰਥ ਦੀ ਗਤੀ ਨੂੰ ਵੀ ਦੇਖਿਆ। ਸੇਵਾ ਤੇ ਸਵ ਪੁਰਸ਼ਾਰਥ ਦੋਹਾਂ ਦੀ ਗਤੀ ਵਿੱਚ ਕੀ ਦੇਖਿਆ ਹੋਵੇਗਾ ਤੁਸੀਂ ਜਾਣਦੇ ਹੋ। ਸੇਵਾ ਦੀ ਗਤੀ ਤੀਵਰ ਹੈ ਜਾਂ ਸਵ ਪੁਰਸ਼ਾਰਥ ਦੀ ਗਤੀ ਤੀਵਰ ਹੈ? ਕੀ ਹੈ? ਦੋਨਾਂ ਦਾ ਬੈਲੈਂਸ ਹੈ? ਨਹੀਂ ਹੈ। ਵਿਸ਼ਵ ਪਰਿਵਰਤਨ ਦੀਆਂ ਆਤਮਾਵਾਂ ਨੂੰ ਵਾ ਪ੍ਰਕਿਰਤੀ ਨੂੰ ਬਲੈਸਿੰਗ ਕਦੋਂ ਮਿਲੇਗੀ? ਕਿਉਂਕਿ ਬੈਲੈਂਸ ਨਾਲ ਜੋ ਆਪ ਸਭ ਨੂੰ ਬਲੈਸਿੰਗ ਮਿਲੀ ਹੈ ਉਹ ਹੋਰਾਂ ਨੂੰ ਵੀ ਮਿਲੇਗੀ। ਤਾਂ ਅੰਤਰ ਕਿਉਂ ਆ ਰਿਹਾ ਹੈ? ਕਹਿਲਾਂਦੇ ਹੋ ਕਰਮ ਯੋਗੀ ਜਾਂ ਸਿਰਫ ਯੋਗੀ? ਕਰਮ ਯੋਗੀ ਹੋਣਾ ਪੱਕਾ ਹੈ ਨਾ। ਸੇਵਾ ਵੀ ਕਰਮ ਹੈ ਨਾ। ਕਰਮ ਵਿੱਚ ਆਉਂਦੇ ਹੋ, ਬੋਲਦੇ ਹੋ, ਦ੍ਰਿਸ਼ਟੀ ਦਿੰਦੇ ਹੋ, ਕੋਰਸ ਕਰਾਉਂਦੇ ਹੋ, ਮਿਊਜ਼ੀਅਮ ਸਮਝਾਉਂਦੇ ਹੋ। ਇਹ ਸਭ ਸ੍ਰੇਸ਼ਟ ਕਰਮ ਅਰਥਾਤ ਸੇਵਾ ਹੈ। ਤੇ ਕਰਮ ਯੋਗੀ ਅਰਥਾਤ ਕਰਮ ਦੇ ਸਮੇਂ ਵੀ ਯੋਗ ਦਾ ਬੈਲੈਂਸ। ਲੇਕਿਨ ਤੁਸੀਂ ਖੁਦ ਕਹਿ ਰਹੇ ਹੋ ਬੈਲੈਂਸ ਘੱਟ ਹੋ ਜਾਂਦਾ ਹੈ। ਇਸ ਦਾ ਕਾਰਨ ਕੀ? ਚੰਗੀ ਤਰ੍ਹਾਂ ਨਾਲ ਜਾਣਦੇ ਵੀ ਹੋ, ਨਵੀਂ ਗੱਲ ਨਹੀਂ ਹੈ, ਬੜੀ ਪੁਰਾਣੀ ਗੱਲ ਹੈ। ਬਾਪ ਦਾਦਾ ਨੇ ਦੇਖਿਆ ਸੇਵਾ ਜਾਂ ਕਰਮ ਤੇ ਸਪੁਰਸ਼ਾਰਥ ਅਰਥਾਤ ਯੋਗ ਯੁਕਤ ਦੋਹਾਂ ਦਾ ਬੈਲੈਂਸ ਰੱਖਣ ਦੇ ਲਈ ਵਿਸ਼ੇਸ਼ ਇੱਕ ਸ਼ਬਦ ਯਾਦ ਰੱਖੋ। ਉਹ ਕਿਹੜਾ? ਬਾਪ ਕਰਨ ਕਰਾਵਨਹਾਰ ਹੈ, ਮੈਂ ਆਤਮਾ ਕਰਨਹਾਰ ਹੂੰ। ਫਲਾਨੀ ਨਹੀਂ, ਕਰਨਹਾਰ ਆਤਮਾ ਹੂੰ। ਕਰਨ ਕਰਾਵਨਹਾਰ ਇੱਕ ਸ਼ਬਦ ਆਪ ਦਾ ਬੈਲੈਂਸ ਬੜਾ ਸਹਿਜ ਬਣਾਏਗਾ। ਸਵ ਪੁਰਸ਼ਾਰਥ ਦਾ ਬੈਲੈਂਸ ਜਾਂ ਗਤੀ ਕਦੇ ਘੱਟ ਹੁੰਦੀ ਹੈ। ਉਸ ਦਾ ਕਾਰਨ ਕੀ? ਕਰਨਹਾਰ ਦੀ ਬਜਾਏ ਮੈਂ ਕਰਨ ਵਾਲੀ ਹਾਂ ਜਾਂ ਵਾਲਾ ਹਾਂ। ਕਰਨਹਾਰ ਦੀ ਬਜਾਏ ਆਪਣੇ ਆਪ ਨੂੰ ਕਰਾਵਨਹਾਰ ਸਮਝ ਲੈਂਦੇ ਹੋ। ਮੈਂ ਕਰ ਰਿਹਾ ਹਾਂ। ਜੋ ਵੀ ਜਿਸ ਪ੍ਰਕਾਰ ਦੀ ਮਾਇਆ ਆਉਂਦੀ ਹੈ ਉਸ ਦਾ ਗੇਟ ਕਿਹੜਾ ਹੈ? ਮਾਇਆ ਦਾ ਸਭ ਤੋਂ ਸਹਿਜ ਗੇਟ ਜਾਣਦੇ ਹੋ ਮੈਂ। ਇਹ ਗੇਟ ਹਾਲੇ ਪੂਰਾ ਬੰਦ ਨਹੀਂ ਕੀਤਾ। ਐਵੇਂ ਬੰਦ ਕਰਦੇ ਹੋ ਜੋ ਮਾਇਆ ਸਹਿਜ ਖੋਲ ਲੈਂਦੀ ਹੈ ਤੇ ਆ ਜਾਂਦੀ ਹੈ। ਜੇਕਰ ਕਰਨਹਾਰ ਹਾਂ ਤਾਂ ਕਰਾਉਣ ਵਾਲਾ ਵੀ ਜ਼ਰੂਰ ਯਾਦ ਆਵੇਗਾ। ਕਰ ਰਹੀ ਹਾਂ, ਕਰ ਰਿਹਾ ਹਾਂ, ਲੇਕਿਨ ਕਰਾਉਣ ਵਾਲਾ ਬਾਪ ਹੈ। ਬਿਨਾਂ ਕਰਾਵਨਹਾਰ ਦੇ ਕਰਨਹਾਰ ਬਣ ਨਹੀਂ ਸਕਦੇ। ਡਬਲ ਰੂਪ ਤੋਂ ਕਰਾਵਨਹਾਰ ਦੀ ਸਮ੍ਰਿਤੀ ਚਾਹੀਦੀ ਹੈ। ਇੱਕ ਬਾਪ ਕਰਾਵਨਹਾਰ, ਦੂਜਾ ਮੈਂ ਆਤਮਾ ਵੀ। ਕਰਮਿੰਦਰੀਆਂ ਤੋਂ ਕਰਮ ਕਰਾਉਣ ਵਾਲੀ ਹਾਂ। ਇਸ ਨਾਲ ਕੀ ਹੋਏਗਾ? ਕਰਮ ਕਰਦੇ ਵੀ ਕਰਮ ਦੇ ਚੰਗੇ ਜਾਂ ਮਾੜੇ ਪ੍ਰਭਾਵ ਵਿੱਚ ਨਹੀਂ ਆਓਗੇ। ਇਸ ਨੂੰ ਕਹਿੰਦੇ ਨੇ ਕਰਮਾਤੀਤ ਅਵਸਥਾ। ਤੁਹਾਡਾ ਸਭ ਦਾ ਲਕਸ਼ ਕੀ ਹੈ? ਕਰਮਾਤੀਤ ਬਣਨਾ ਹੈ ਜਾਂ ਥੋੜਾ ਥੋੜਾ ਕਰਮ ਬੰਧਨ ਰਿਹਾ ਤਾਂ ਕੋਈ ਹਰਜਾ ਨਹੀਂ। ਰਹਿਣਾ ਚਾਹੀਦਾ ਹੈ ਜਾਂ ਨਹੀਂ ਰਹਿਣਾ ਚਾਹੀਦਾ? ਕਰਮਾਤੀਤ ਬਣਨਾ ਹੈ ਨਾ। ਬਾਪ ਨਾਲ ਪਿਆਰ ਦੀ ਨਿਸ਼ਾਨੀ ਕਰਮਾਤੀਤ ਬਣਨਾ। ਤਾਂ ਕਰਾਵਨਹਾਰ ਹੋ ਕੇ ਕਰਮ ਕਰੋ, ਕਰਾਓ। ਕਰਮ ਇੰਦਰੀਆਂ ਤੁਹਾਡੇ ਤੋਂ ਨਹੀਂ ਕਰਾਉਣ, ਲੇਕਿਨ ਤੁਸੀਂ ਕਰਮ ਇੰਦਰੀਆਂ ਤੋਂ ਕਰਾਓ। ਬਿਲਕੁਲ ਆਪਣੇ ਆਪ ਨੂੰ ਨਿਆਰਾ ਸਮਝ ਕੇ ਕਰਮ ਕਰਾਣਾ। ਇਹ ਕੌਨਸ਼ੀਅਸਨੈਸ ਇਮਰਜ ਰੂਪ ਵਿੱਚ ਹੋਵੇ, ਮਰਜ ਰੂਪ ਵਿੱਚ ਨਹੀਂ। ਮਰਜ ਰੂਪ ਵਿੱਚ ਕਦੇ ਕਰਾਵਨਹਾਰ ਦੀ ਬਜਾਏ ਕਰਮ ਇੰਦਰੀਆਂ ਦੇ ਅਰਥਾਤ ਮਨ ਦੇ, ਬੁੱਧੀ ਦੇ, ਸੰਸਕਾਰ ਦੇ ਵਸ਼ ਹੋ ਜਾਂਦੇ ਨੇ। ਕਾਰਨ ਕੀ ਹੈ?
करावनहार आत्मा हाँ, मालिक हाँ, विशेष आत्मा, मास्टर सर्वशक्तिवान आत्मा हाँ। ਇਹ ਸਮ੍ਰਿਤੀ ਮਾਲਿਕਪਨ ਦੀ ਸਮ੍ਰਿਤੀ ਦਿਲਾਉਂਦੀ ਹੈ। ਕਦੇ ਵੀ ਮਨ ਵਿੱਚ ਤੁਹਾਨੂੰ ਕਦੇ ਮਨ ਆਪ ਨੂੰ ਚਲਾਉਂਦਾ, ਕਦੇ ਤੁਸੀਂ ਮਨ ਨੂੰ ਚਲਾਉਂਦੇ। ਇਸ ਲਈ ਨੈਚੁਰਲ ਮਨ ਮਨਾਭਵਤੀ ਸਥਿਤੀ ਨਹੀਂ ਰਹਿੰਦੀ। ਮੈਂ ਬਿਲਕੁਲ ਅਲੱਗ ਹਾਂ, ਸਿਰਫ ਅਲੱਗ ਨਹੀਂ, ਮੈਂ ਤਾਂ ਮਾਲਿਕ ਹਾਂ। ਬਾਪ ਨੂੰ ਯਾਦ ਕਰਨ ਨਾਲ ਮੈਂ ਬਾਲਕ ਹਾਂ, ਮੈਂ ਆਤਮਾ ਕਰਾਉਣ ਵਾਲੀ ਹਾਂ ਤਾਂ ਮਾਲਕ ਹਾਂ। ਉਹਨੇ ਅਭਿਆਸ ਅਟੈਂਸ਼ਨ ਵਿੱਚ ਘੱਟ ਹੈ। ਸੇਵਾ ਵਿੱਚ ਬਹੁਤ ਚੰਗਾ ਲੱਗੇ ਹੋਏ ਹੋ, ਲੇਕਿਨ ਲਕਸ਼ ਕੀ ਹੈ? ਸੇਵਾਧਾਰੀ ਬਣਨ ਦਾ ਜਾਂ ਕਰਮਾਤੀਤ ਬਣਨ ਦਾ, ਕਿ ਦੋਨੋਂ ਨਾਲ ਨਾਲ ਬਣੋਗੇ? ਇਹ ਅਭਿਆਸ ਪੱਕਾ ਹੈ। ਹਾਲੇ ਥੋੜਾ ਸਮੇਂ ਦੇ ਲਈ ਇਹ ਅਭਿਆਸ ਕਰ ਸਕਦੇ ਹੋ। ਕਦੇ ਕਦੇ ਅਲੱਗ ਹੋ ਸਕਦੇ ਹੋ ਜਾਂ ਅਜਿਹੇ ਅਟੈਚ ਹੋ ਗਏ ਹੋ ਜੋ ਡਿਟੈਚ ਹੋਣ ਵਿੱਚ ਟਾਈਮ ਚਾਹੀਦਾ ਹੈ। ਕਿੰਨੇ ਟਾਈਮ ਵਿੱਚ ਅਲੱਗ ਹੋ ਸਕਦੇ ਹੋ? 5 ਮਿੰਟ ਚਾਹੀਦੇ ਨੇ, 1 ਮਿੰਟ ਚਾਹੀਦਾ ਹੈ ਜਾਂ 1 ਸੈਕਿੰਡ ਚਾਹੀਦਾ ਹੈ? 1 ਸੈਕਿੰਡ ਵਿੱਚ ਹੋ ਸਕਦੇ ਹੋ। ਪਾਂਡਵ 1 ਸੈਕਿੰਡ ਵਿੱਚ ਇੱਕਦਮ ਵੱਖ ਹੋ ਸਕਦੇ ਹੋ। ਆਤਮਾ ਅਲੱਗ ਮਾਲਿਕ, ਕਰਮਿੰਦਰੀਆਂ ਅਲੱਗ ਕਰਮਚਾਰੀ। ਇਹ ਅਭਿਆਸ ਜਦੋਂ ਚਾਹੋ ਉਦੋਂ ਹੋਣਾ ਚਾਹੀਦਾ ਹੈ। ਅੱਛਾ, ਹੁਣੇ 1 ਸੈਕਿੰਡ ਵਿੱਚ ਨਿਆਰੇ ਬਾਪ ਦੇ ਪਿਆਰੇ ਬਣ ਜਾਓ। ਪਾਵਰਫੁਲ ਅਭਿਆਸ ਕਰੋ। ਮੈਂ ਹੂੰ ਹੀ ਨਿਆਰੀ ਆਤਮਾ। ਇਹ ਕਰਮ ਇੰਦਰੀਆਂ ਮੇਰੇ ਸਾਥੀ ਨੇ, ਕਰਮ ਦੀ ਸਾਥੀ, ਲੇਕਿਨ ਮੈਂ ਨਿਆਰਾ ਤੇ ਪਿਆਰਾ ਹਾਂ। ਹੁਣ 1 ਸੈਕਿੰਡ ਵਿੱਚ ਅਭਿਆਸ ਦੁਹਰਾਓ। ਡਰਿਲ ਕਰਵਾਈ ਬਾਬਾ ਨੇ 1 ਸੈਕਿੰਡ ਦੀ। ਸਹਿਜ ਲੱਗਦਾ ਹੈ ਕਿ ਮੁਸ਼ਕਿਲ? ਬਾਬਾ ਨੇ ਪੁੱਛਿਆ। ਜੇ ਸਹਿਜ ਹੈ ਤਾਂ ਸਾਰੇ ਦਿਨ ਵਿੱਚ ਕਰਮ ਦੇ ਸਮੇਂ ਇਸ ਸਮ੍ਰਿਤੀ ਇਮਰਜ ਕਰੋ। ਕਰਮਾਤੀਤ ਸਥਿਤੀ ਦਾ ਅਨੁਭਵ ਸਹਿਜ ਕਰੋਗੇ, ਕਿਉਂਕਿ ਸੇਵਾ ਜਾਂ ਕਰਮ ਨੂੰ ਛੋੜ ਸਕਦੇ ਹੋ। ਛੋੜੋਗੇ ਕਿ? ਉਹ ਤਾਂ ਕਰਨਾ ਹੀ ਹੈ। ਤਪੱਸਿਆ ਵਿੱਚ ਬੈਠਣਾ ਇਹ ਵੀ ਤਾਂ ਕਰਮ ਹੈ ਨਾ। ਬਿਨਾਂ ਕਰਮ ਦੇ, ਬਿਨਾਂ ਸੇਵਾ ਦੇ ਰਹਿ ਨਹੀਂ ਸਕਦੇ, ਰਹਿਣਾ ਵੀ ਨਹੀਂ, ਕਿਉਂਕਿ ਸਮੇਂ ਘੱਟ ਹੈ। ਸੇਵਾ ਹਲੇ ਬਹੁਤ ਪਈ ਹੋਈ ਹੈ। ਸੇਵਾ ਦੀ ਰੂਪ ਰੇਖਾ ਬਦਲ ਗਈ, ਲੇਕਿਨ ਹੁਣ ਵੀ ਕਈ ਆਤਮਾਵਾਂ ਦਾ ਉਲਾਨਾ ਰਿਹਾ ਹੋਇਆ ਹੈ। ਇਸ ਲਈ ਸੇਵਾ ਸੋ ਪੁਰਸ਼ਾਰਥ ਦੋਨਾਂ ਦਾ ਬੈਲੈਂਸ ਰੱਖੋ। ਐਵੇਂ ਨਹੀਂ ਕਿ ਸੇਵਾ ਵਿੱਚ ਬਹੁਤ ਬਿਜ਼ੀ ਸੀ ਨਾ, ਇਸ ਲਈ ਸਵ ਪੁਰਸ਼ਾਰਥ ਘੱਟ ਹੋ ਗਿਆ। ਨਹੀਂ, ਹੋਰ ਹੀ ਸੇਵਾ ਵਿੱਚ ਸਵ ਪੁਰਸ਼ਾਰਥ ਦਾ ਟੈਂਸ਼ਨ ਜ਼ਿਆਦਾ ਚਾਹੀਦਾ ਹੈ, ਕਿਉਂਕਿ ਮਾਇਆ ਨੂੰ ਆਉਣ ਦੀ ਮਾਰਜਨ ਸੇਵਾ ਵਿੱਚ ਬਹੁਤ ਪ੍ਰਕਾਰ ਦੀ ਹੁੰਦੀ ਹੈ। ਨਾਮ ਸੇਵਾ ਹੁੰਦਾ ਹੈ ਸਵਾਰਥ। ਆਪਣੇ ਆਪ ਨੂੰ ਅੱਗੇ ਵਧਾਉਣਾ ਹੈ, ਲੇਕਿਨ ਅੱਗੇ ਵਧਾਉਂਦੇ ਹੋਏ ਬੈਲੈਂਸ ਨੂੰ ਨਹੀਂ ਭੁੱਲਣਾ, ਕਿਉਂਕਿ ਸੇਵਾ ਵਿੱਚ ਸੁਭਾਵ ਸੰਬੰਧ ਦਾ ਵਿਸਤਾਰ ਹੁੰਦਾ ਹੈ। ਮਾਇਆ ਚਾਂਸ ਵੀ ਲੈ ਲੈਂਦੀ ਹੈ। ਥੋੜਾ ਜਿਹਾ ਬੈਲੈਂਸ ਘੱਟ ਹੋਇਆ, ਮਾਇਆ ਨਵਾਂ ਰੂਪ ਧਾਰਨ ਕਰ ਲੈਂਦੀ, ਪੁਰਾਣੇ ਰੂਪ ਵਿੱਚ ਨਹੀਂ ਆਏਗੀ। ਨਵੇਂ ਰੂਪ ਵਿੱਚ, ਨਈ ਪਰਿਸਥਿਤੀਆਂ ਦੇ ਰੂਪ ਵਿੱਚ ਸੰਪਰਕ ਵਿੱਚ ਆਉਂਦੀ ਹੈ। ਵੱਖ ਤੋਂ ਸੇਵਾ ਨੂੰ ਛੱਡ ਕੇ ਜੇਕਰ ਬਾਪ ਦਾਤਾ ਬਿਠਾ ਦੇਣ, 1 ਮਹੀਨਾ ਬਿਠਾਣ, 15 ਦਿਨ ਬਿਠਾਣ, ਤਾਂ ਕਰਮਾਤੀਤ ਹੋ ਜਾਓਗੇ। 1 ਮਹੀਨਾ ਦੇ ਦਿਨ ਬਸ ਕੁਛ ਨਹੀਂ ਕਰੋ, ਬੈਠੇ ਰਹੋ, ਤਪੱਸਿਆ ਕਰੋ, ਖਾਣਾ ਵੀ 1 ਵਾਰ ਬਣਾਓ ਬਸ, ਫਿਰ ਕਰਮਾਤੀਤ ਬਣ ਜਾਓਗੇ? ਨਹੀਂ ਬਣੋਗੇ ਨਾ। ਜੇਕਰ ਬੈਲੈਂਸ ਦਾ ਅਭਿਆਸ ਨਹੀਂ, ਕਿੰਨਾ ਵੀ 1 ਮਹੀਨਾ ਤੱਕ ਹੀ, 2 ਮਹੀਨੇ ਵੀ ਬੈਠ ਜਾਓ, ਲੇਕਿਨ ਮਨ ਨਹੀਂ ਬੈਠੇਗਾ, ਤਨ ਬੈਠ ਜਾਏਗਾ। ਬਿਠਾਣਾ ਮਨ ਨੂੰ ਹੈ, ਨਾ ਸਿਰਫ ਤਨ ਨੂੰ। ਤਨ ਦੇ ਨਾਲ ਮਨ ਨੂੰ ਵੀ ਬਿਠਾਣਾ ਹੈ। ਬੈਠ ਜਾਏ ਬਸ ਬਾਬਾ ਤੇ ਮੈਂ, ਦੂਜਾ ਨਾ ਕੋਈ। 1 ਮਾਹ, 1 ਮਹੀਨਾ ਅਜਿਹੀ ਤਪੱਸਿਆ ਕਰ ਸਕਦੇ ਹੋ, ਜਾਂ ਸੇਵਾ ਯਾਦ ਆਏਗੀ। ਬਾਪ ਦਾਦਾ ਵਾ ਡਰਾਮਾ ਦਿਖਾਉਂਦਾ ਰਹਿੰਦਾ ਹੈ। ਦਿਨ ਪ੍ਰਤੀ ਦਿਨ ਸੇਵਾ ਵਧਣੀ ਹੀ ਹੈ, ਤਾਂ ਬੈਠ ਕਿਵੇਂ ਜਾਓਗੇ? ਜੋ 1 ਸਾਲ ਪਹਿਲੇ ਤੁਹਾਡੀ ਸੇਵਾ ਸੀ, ਇਸ ਸਾਲ ਜੋ ਸੇਵਾ ਹੈ ਉਹ ਵੱਧ ਗਈ ਜਾਂ ਘੱਟ ਹੋਈ? ਵੱਧ ਗਈ ਨਾ। ਨਾ ਚਾਹੁੰਦੇ ਵੀ ਸੇਵਾ ਦੇ ਬੰਧਨ ਵਿੱਚ ਬੰਦੇ ਹੋਏ ਹੋ, ਲੇਕਿਨ ਬੈਲੈਂਸ ਵਿੱਚ ਸੇਵਾ ਦਾ ਬੰਧਨ ਨਹੀਂ, ਸੰਬੰਧ ਹੋਵੇਗਾ। ਜਿਵੇਂ ਲੌਕਿਕ ਸੰਬੰਧ ਵੀ ਸਮਝਦੇ ਹੋ, ਇੱਕ ਹੈ ਕਰਮ ਬੰਧਨ, ਇੱਕ ਹੈ ਸੇਵਾ ਦਾ ਸੰਬੰਧ। ਤਾਂ ਬੰਧਨ ਦਾ ਅਨੁਭਵ ਨਹੀਂ ਹੋਵੇਗਾ, ਸੇਵਾ ਦਾ ਸਵੀਟ ਸੰਬੰਧ ਹੈ। ਕੀ ਅਟੈਂਸ਼ਨ ਦਿਓਗੇ?
ਸੇਵਾ ਸਵ ਪੁਰਸ਼ਾਰਥ ਦਾ ਬੈਲੈਂਸ। ਸੇਵਾ ਦੀ ਅਤੀ ਵਿੱਚ ਨਹੀਂ ਜਾਓ, ਬਸ ਮੈਨੂੰ ਹੀ ਕਰਨੀ ਹੈ, ਮੈਂ ਹੀ ਕਰ ਸਕਦੀ ਹਾਂ। ਨਹੀਂ, ਕਰਾਉਣ ਵਾਲਾ ਕਰਾ ਰਿਹਾ ਹੈ, ਮੈਂ ਨਿਮਿਤ ਕਰਨਹਾਰ ਹਾਂ। ਤਾਂ ਜ਼ਿੰਮੇਵਾਰੀ ਹੁੰਦੇ ਵੀ ਥਕਾਵਟ ਘੱਟ ਹੋਵੇਗੀ। ਕਈ ਬੱਚੇ ਕਹਿੰਦੇ ਨੇ ਬਹੁਤ ਸੇਵਾ ਕੀਤੀ ਨਾ, ਥੱਕ ਗਏ, ਮੱਥਾ ਭਾਰੀ ਹੋ ਗਿਆ। ਤਾਂ ਮੱਥਾ ਭਾਰੀ ਨਹੀਂ ਹੋਵੇਗਾ, ਹੋਰ ਹੀ ਕਰਾਵਨਹਾਰ ਬਾਪ ਬਹੁਤ ਚੰਗੀ ਮਸਾਜ ਕਰੇਗਾ, ਮੱਥਾ ਹੋਰ ਹੀ ਫਰੈਸ਼ ਹੋ ਜਾਵੇਗਾ। ਥਕਾਵਟ ਨਹੀਂ ਹੋਏਗੀ, ਐਕਸਟਰਾ ਐਨਰਜੀ ਆਵੇਗੀ। ਜਿਵੇਂ ਸਾਇੰਸ ਦੀ ਦਵਾਈਆਂ ਨਾਲ ਸਰੀਰ ਵਿੱਚ ਐਨਰਜੀ ਆ ਸਕਦੀ ਹੈ ਕਿ ਬਾਪ ਦੀ ਯਾਦ ਨਾਲ ਆਤਮਾ ਵਿੱਚ ਐਨਰਜੀ ਨਹੀਂ ਆ ਸਕਦੀ। ਆਤਮਾ ਵਿੱਚ ਐਨਰਜੀ ਆਏ ਤਾਂ ਸਰੀਰ ਵਿੱਚ ਪ੍ਰਭਾਵ ਆਟੋਮੈਟਿਕਲੀ ਪੈ ਜਾਂਦਾ ਹੈ। ਅਨੁਭਵੀ ਹੋ, ਕਦੇ ਕਦੇ ਅਨੁਭਵ ਹੁੰਦਾ ਹੈ ਨਾ, ਫਿਰ ਚਲਦੇ ਚਲਦੇ ਲਾਈਨ ਬਦਲੀ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਜਦੋਂ ਕੋਈ ਉਦਾਸੀ, ਥਕਾਵਟ ਜਾਂ ਮੱਥਾ ਭਾਰੀ ਹੁੰਦਾ ਹੈ, ਫਿਰ ਹੋਸ਼ ਆਉਂਦਾ ਹੈ ਕੀ ਹੋਇਆ, ਕਿਉਂ ਹੋਇਆ। ਲੇਕਿਨ ਸਿਰਫ ਇੱਕ ਸ਼ਬਦ ਕਰਨਹਾਰ, ਕਰਾਵਨਹਾਰ ਯਾਦ ਰੱਖੋ। ਤਾਂ ਮੁਸ਼ਕਿਲ ਹੈ ਜਾਂ ਸਹਿਜ? ਬੋਲੋ ਹਾਂਜੀ। ਅੱਛਾ, ਹਾਲੇ 9 ਲੱਖ ਪਰਚਾ ਬਣਾਈ ਹੈ। ਵਿਦੇਸ਼ ਵਿੱਚ ਕਿੰਨੇ ਬਣੇ ਨੇ? 9 ਲੱਖ ਬਣੇ ਨੇ। ਭਾਰਤ ਵਿੱਚ ਵੀ ਬਣੇ ਨੇ? ਨਹੀਂ ਬਣੇ। ਤੁਸੀਂ ਹੀ ਸਮਾਪਤੀ ਦੇ ਕਾਂਟੇ ਨੂੰ ਅੱਗੇ ਨਹੀਂ ਵਧਣ ਦਿੰਦੇ। ਬੈਲੈਂਸ ਰੱਖੋ। ਡਾਇਮੰਡ ਜੁਬਲੀ ਹੈ ਨਾ, ਖੂਬ ਸੇਵਾ ਕਰੋ, ਲੇਕਿਨ ਬੈਲੈਂਸ ਰੱਖ ਕੇ ਸੇਵਾ ਕਰੋ ਤਾਂ ਪਰਚਾ ਜਲਦੀ ਬਣੇਗੀ, ਟਾਈਮ ਨਹੀਂ ਲੱਗੇਗਾ। ਪ੍ਰਕਿਰਤੀ ਵੀ ਬਹੁਤ ਥੱਕ ਗਈ ਹੈ, ਆਤਮਾਵਾਂ ਵੀ ਬਹੁਤ ਨਿਰਾਸ਼ ਹੋ ਗਈਆਂ ਨੇ। ਜਦੋਂ ਨਿਰਾਸ਼ ਹੁੰਦੀਆਂ ਨੇ ਤਾਂ ਕਿਸ ਨੂੰ ਯਾਦ ਕਰਦੀਆਂ ਨੇ? ਭਗਵਾਨ ਨੂੰ, ਬਾਪ ਨੂੰ ਯਾਦ ਕਰਦੀਆਂ ਨੇ ਨਾ। ਲੇਕਿਨ ਬਾਪ ਦਾ ਪੂਰਾ ਪਰਿਚੈ ਨਾ ਹੋਣ ਦੇ ਕਾਰਨ ਤੁਹਾਡੇ ਦੇਵੀ ਦੇਵਤਾਵਾਂ ਨੂੰ ਜ਼ਿਆਦਾ ਯਾਦ ਕਰਦੀਆਂ ਨੇ। ਨਿਰਾਸ਼ ਆਤਮਾਵਾਂ ਦੀ ਪੁਕਾਰ ਤੁਹਾਨੂੰ ਸੁਣਨ ਵਿੱਚ ਨਹੀਂ ਆਉਂਦੀ? ਆਉਂਦੀ ਹੈ ਜਾਂ ਆਪਣੇ ਵਿੱਚ ਮਸਤ ਹੋ? ਮਰਸੀਫੁਲ ਹੋਣਾ। ਬਾਪ ਨੂੰ ਕੀ ਕਹਿੰਦੇ ਨੇ? ਮਰਸੀਫੁਲ। ਹੋਰ ਸਭ ਧਰਮ ਵਾਲੇ ਮਰਸੀ ਜ਼ਰੂਰ ਮੰਗਦੇ ਨੇ, ਰਹਿਮ ਜ਼ਰੂਰ ਮੰਗਦੇ ਨੇ, ਦਇਆ ਮੰਗਦੇ ਨੇ, ਸੁੱਖ ਨਹੀਂ ਮੰਗਣਗੇ, ਲੇਕਿਨ ਮਰਸੀ ਸਭ ਨੂੰ ਚਾਹੀਦੀ ਹੈ। ਤਾਂ ਕੌਣ ਦੇਣ ਵਾਲਾ ਹੈ? ਤੁਸੀਂ ਦੇਣ ਵਾਲੇ ਹੋ ਨਾ, ਜਾਂ ਲੈਣ ਵਾਲੇ ਹੋ? ਲੈ ਕੇ ਦੇਣ ਵਾਲੇ ਦਾਤਾ ਦੇ ਬੱਚੇ ਹੋ ਨਾ। ਆਪਣੇ ਭਾਈ ਭੈਣਾਂ ਦੇ ਉੱਪਰ ਰਹਿਮ ਦਿਲ ਬਣੋ। ਰਹਿਮ ਦਿਲ ਬਣ ਸੇਵਾ ਕਰੋਗੇ ਤਾਂ ਉਸ ਵਿੱਚ ਨਿਮਿਤ ਭਾਵ ਖੁਦ ਹੀ ਹੋਵੇਗਾ। ਕਿਸੇ ਤੇ ਕਿੰਨਾ ਵੀ ਬੁਰਾ, ਲੇਕਿਨ ਜੇਕਰ ਤੁਹਾਨੂੰ ਉਸ ਆਤਮਾ ਦੇ ਪ੍ਰਤੀ ਰਹਿਮ ਹੈ ਤਾਂ ਤੁਹਾਨੂੰ ਉਸਦੇ ਪ੍ਰਤੀ ਕਦੇ ਵੀ ਈਰਖਾ, ਈਰਸ਼ਾ ਜਾਂ ਕ੍ਰੋਧ ਦੀ ਭਾਵਨਾ ਨਹੀਂ ਆਵੇਗੀ। ਰਹਿਮ ਦੀ ਭਾਵਨਾ ਸਹਿਜ ਨਿਮਿਤ ਭਾਵ ਇਮਰਜ ਕਰ ਦਿੰਦੀ ਹੈ। ਮਤਲਬ ਦਾ ਰਹਿਮ ਨਹੀਂ, ਸੱਚਾ ਰਹਿਮ। ਮਤਲਬ ਦਾ ਵੀ ਰਹਿਮ ਹੁੰਦਾ ਹੈ। ਕਿਸੇ ਆਤਮਾ ਦੇ ਪ੍ਰਤੀ ਅੰਦਰ ਲਗਾਵ ਹੁੰਦਾ ਹੈ, ਸਮਝਦੇ ਨੇ ਰਹਿਮ ਪੈ ਰਿਹਾ ਹੈ, ਉਹ ਹੋਇਆ ਮਤਲਬ ਦਾ ਰਹਿਮ, ਸੱਚਾ ਰਹਿਮ ਨਹੀਂ। ਸੱਚੇ ਰਹਿਮ ਵਿੱਚ ਕੋਈ ਲਗਾਵ ਨਹੀਂ, ਕੋਈ ਦੇਹਭਾਨ ਨਹੀਂ। ਆਤਮਾ ਆਤਮਾ ਤੇ ਰਹਿਮ ਕਰ ਰਹੀ ਹੈ। ਦੇ ਅਭਿਮਾਨ ਦੇ ਕਿਸੇ ਵੀ ਆਕਰਸ਼ਣ ਦਾ ਨਾਮ ਨਿਸ਼ਾਨ ਨਹੀਂ। ਕੋਈ ਦਾ ਲਗਾਵ ਬੋਡੀ ਤੋਂ ਹੁੰਦਾ ਹੈ, ਕੋਈ ਦਾ ਲਗਾਵ ਗੁਣਾ ਤੋਂ, ਵਿਸ਼ੇਸ਼ਤਾ ਤੋਂ ਹੁੰਦਾ ਹੈ। ਲੇਕਿਨ ਉਹ ਗੁਣਾ ਨੂੰ, ਵਿਸ਼ੇਸ਼ਤਾ ਨੂੰ ਦੇਣ ਵਾਲਾ ਕੌਣ? ਆਤਮਾ ਫਿਰ ਵੀ ਕਿੰਨੀ ਵੱਡੀ ਹੈ, ਲੇਕਿਨ ਬਾਪ ਤੋਂ ਲੇਵਤਾ ਹੈ ਨਾ, ਲੈਣ ਵਾਲੀ ਹੈ ਨਾ। ਆਪਣਾ ਨਹੀਂ, ਬਾਪ ਨੇ ਦਿੱਤਾ ਹੈ, ਤਾਂ ਕਿਉਂ ਨਹੀਂ ਡਾਇਰੈਕਟ ਦਾਤਾ ਤੋਂ ਲਓ। ਇਸ ਲਈ ਕਿਹਾ ਸਵਾਰਥ ਦਾ ਰਹਿਮ ਨਹੀਂ। ਕਈ ਬੱਚੇ ਅਜਿਹੇ ਨਾਜ਼ ਨਖਰੇ ਦਿਖਾਉਂਦੇ ਨੇ, ਹੋਵੇਗਾ ਸਵਾਰਥ, ਕਹਿਣਗੇ ਮੈਨੂੰ ਤਾਂ ਬੜਾ ਰਹਿਮ ਆਉਂਦਾ ਹੈ। ਹੋਰ ਕੁਝ ਨਹੀਂ, ਸਿਰਫ ਰਹਿਮ ਹੈ। ਚੈੱਕ ਕਰੋ, ਨਿਸਵਾਰਥ ਰਹਿਮ ਹੈ, ਲਗਾਵ ਮੁਕਤ ਰਹਿਮ ਹੈ। ਅਲਪ ਕਾਲ ਦੀ ਪ੍ਰਾਪਤੀ ਦੇ ਕਾਰਨ ਰਹਿਮ ਤਾਂ ਨਹੀਂ। ਫਿਰ ਕਹਿਣਗੇ ਬਹੁਤ ਚੰਗੀ ਹੈ ਨਾ, ਬਹੁਤ ਚੰਗਾ ਹੈ ਨਾ। ਇਸ ਲਈ ਥੋੜਾ ਥੋੜੇ ਦੀ ਛੁੱਟੀ ਨਹੀਂ। ਜੇਕਰ ਕਰਮਾਤੀਤ ਬਣਨਾ ਹੈ, ਇਹ ਸਾਰੀਆਂ ਰੁਕਾਵਟਾਂ ਜੋ ਬਾਡੀ ਕੌਨਸ਼ੀਅਸ ਵਿੱਚ ਲੈ ਕੇ ਆਉਂਦੀਆਂ ਨੇ, ਚੰਗਾ ਹੈ, ਲੇਕਿਨ ਬਣਾਉਣ ਵਾਲਾ ਕੌਣ? ਚੰਗਿਆਈ ਭਲੇ ਧਾਰਨ ਕਰੋ, ਲੇਕਿਨ ਉਸ ਵਿੱਚ ਆਕਰਸ਼ਿਤ ਨਹੀਂ ਹੋ ਜਾਓ, ਪ੍ਰਭਾਵਿਤ ਨਹੀਂ ਹੋ ਜਾਓ। ਨਿਆਰੇ ਤੇ ਬਾਪ ਦੇ ਪਿਆਰੇ, ਜੋ ਬਾਪ ਦੇ ਪਿਆਰੇ ਨੇ ਉਹ ਸਦਾ ਸੇਫ ਨੇ। ਸਮਝਿਆ?
ਅਗਰ ਸੇਵਾ ਨੂੰ ਵਧਾਉਂਦੇ ਹੋ, ਵਧਾਣਾ ਹੀ ਹੈ ਤਾਂ ਸਥਾਪਨਾ ਨੂੰ ਨਜ਼ਦੀਕ ਲਿਆਣਾ ਹੈ ਜਾਂ ਨਹੀਂ? ਕੌਣ ਲਿਆਏਗਾ? ਬਾਪ ਲਿਆਏਗਾ ਜਾਂ ਸਭ ਲਿਆਣਗੇ? ਸਾਥੀ ਹੋ ਨਾ। ਕੱਲਾ ਬਾਪ ਵੀ ਕੁਝ ਨਹੀਂ ਕਰ ਸਕਦਾ, ਸਿਵਾਏ ਤੁਸੀਂ ਸਾਰੇ ਸਾਥੀ ਬੱਚਿਆਂ ਦੇ। ਦੇਖੋ, ਬਾਪ ਨੂੰ ਜੇਕਰ ਸਮਝਾਣਾ ਵੀ ਹੈ ਤਾਂ ਸਰੀਰ ਦਾ ਆਧਾਰ ਲੈਣਾ ਪੈਂਦਾ ਹੈ। ਬਿਨਾਂ ਸਰੀਰ ਦੇ ਨਾਲ ਬੋਲ ਸਕਦਾ ਹੈ ਕਿ ਗੱਡੀ ਚਾਹੇ ਪੁਰਾਣੀ ਹੋਵੇ ਪਰ ਚੰਗੀ ਹੋਵੇ, ਲੇਕਿਨ ਆਧਾਰ ਤਾਂ ਲੈਣਾ ਹੀ ਪੈਂਦਾ ਹੈ। ਬਿਨਾਂ ਆਧਾਰ ਤੇ ਕਰ ਨਹੀਂ ਸਕਦੀ। ਬ੍ਰਹਮਾ ਬਾਪ ਦਾ ਸਾਥ ਲਿਆ ਨਾ, ਤਾਂ ਹੀ ਤਾਂ ਤੁਸੀਂ ਬ੍ਰਾਹਮਣ ਬਣੇ। ਬ੍ਰਹਮਾ ਕੁਮਾਰ ਕਹਿਲਾਂਦੇ ਹੋ, ਸ਼ਿਵ ਕੁਮਾਰ ਨਹੀਂ ਕਹਿਲਾਂਦੇ, ਕਿਉਂਕਿ ਨਿਰਾਕਾਰ ਬਾਪ ਨੂੰ ਸਾਕਾਰ ਦਾ ਆਧਾਰ ਲੈਣਾ ਹੀ ਹੈ। ਜਿਵੇਂ ਸਾਕਾਰ ਬ੍ਰਹਮਾ ਦਾ ਆਧਾਰ ਲਿਆ, ਹੁਣ ਵੀ ਬ੍ਰਹਮਾ ਦੇ ਅਵਿਅਕਤ ਫਰਿਸ਼ਤੇ ਦੇ ਰੂਪ ਵਿੱਚ ਆਧਾਰ ਲੈਣ ਦੇ ਬਿਨਾਂ ਤੁਹਾਡੀ ਪਾਲਣਾ ਨਹੀਂ ਕਰ ਸਕਦੇ। ਚਾਹੇ ਸਾਕਾਰ ਵਿੱਚ ਲਿਆ, ਚਾਹੇ ਆਕਾਰ ਰੂਪ ਵਿੱਚ ਲਿਆ, ਲੇਕਿਨ ਆਤਮਾ ਦਾ ਆਧਾਰ ਨਾਲ ਲੈਣਾ ਹੀ ਪੈਂਦਾ ਹੈ। ਵੈਸੇ ਤਾਂ ਆਲਮਾਈਟੀ ਅਥਾਰਟੀ ਹੈ। ਜਦੋਂ ਜਾਦੂਗਰ ਵਿਨਾਸ਼ੀ ਖੇਲ ਸੈਕਿੰਡ ਵਿੱਚ ਦਿਖਾ ਸਕਦੇ ਨੇ, ਤਦ ਕਿ ਆਲਮਾਈਟੀ ਅਥਾਰਟੀ ਜੋ ਚਾਹੇ ਉਹ ਨਹੀਂ ਕਰ ਸਕਦਾ? ਕਰ ਸਕਦਾ ਹੈ ਨਾ। ਹੁਣੇ ਵਿਨਾਸ਼ ਨੂੰ ਲਿਆ ਸਕਦਾ ਹੈ, ਕੱਲਾ ਹੀ ਲਿਆ ਸਕਦਾ ਹੈ, ਕੱਲਾ ਨਹੀਂ ਕਰ ਸਕਦਾ ਕਿ ਚਾਹੇ ਆਲਮਾਈਟੀ ਅਥਾਰਟੀ ਹੈ, ਲੇਕਿਨ ਤੁਸੀਂ ਸਾਥੀਆਂ ਦੇ ਸੰਬੰਧ ਵਿੱਚ ਬੰਧਿਆ ਹੋਇਆ ਹੈ। ਬਾਬਾ ਦਾ ਤੁਹਾਡੇ ਨਾਲ ਕਿੰਨਾ ਪਿਆਰ ਹੈ। ਚਾਹੇ ਕਰ ਸਕਦਾ ਹੈ ਲੇਕਿਨ ਨਹੀਂ ਕਰਦਾ। ਜਾਦੂ ਦੀ ਲੱਕੜੀ ਨਹੀਂ ਘੁਮਾ ਸਕਦਾ, ਕਿਉਂ? ਲੇਕਿਨ ਬਾਪ ਕਹਿੰਦੇ ਨੇ ਰਾਜ ਅਧਿਕਾਰੀ ਕੌਣ ਬਣੇਗਾ? ਬਾਪ ਬਣੇਗਾ ਕਿ ਤੁਸੀਂ ਬਣੋਗੇ ਨਾ। ਸਥਾਪਨਾ ਤਾਂ ਕਰ ਲਈਏ, ਵਿਨਾਸ਼ ਵੀ ਕਰ ਲਈਏ, ਲੇਕਿਨ ਰਾਜ ਕੌਣ ਕਰੇਗਾ? ਬਿਨਾਂ ਤੁਹਾਡੇ ਕੰਮ ਨਹੀਂ ਚੱਲੇਗਾ। ਇਸ ਲਈ ਬਾਪ ਨੇ ਸਭ ਨੂੰ ਕਰਮਾਤੀਤ ਬਣਾਣਾ ਹੀ ਹੈ, ਬਣਨਾ ਹੀ ਹੈ ਨਾ। ਕਿ ਬਾਪ ਜ਼ਬਰਦਸਤੀ ਬਣਾਏ? ਬਾਪ ਨੂੰ ਬਣਾਣਾ ਹੈ ਜਾਂ ਤੁਸੀਂ ਸਭ ਨੂੰ ਬਣਨਾ ਹੀ ਹੈ? ਇਹ ਹੈ ਸਵੀਟ ਡਰਾਮਾ। ਡਰਾਮਾ ਚੰਗਾ ਲੱਗਦਾ ਹੈ ਨਾ। ਜਾਂ ਕਦੇ ਕਦੇ ਤੰਗ ਹੋ ਜਾਂਦੀ ਹੋ, ਇਹ ਕੀ ਬਣਿਆ, ਇਹ ਬਦਲਣਾ ਚਾਹੀਦਾ ਹੈ, ਸੋਚਦੇ ਹੋ ਨਾ। ਬਾਪ ਵੀ ਕਹਿੰਦੇ ਨੇ ਬਣਿਆ ਬਣਾਇਆ ਡਰਾਮਾ ਹੈ, ਇਹ ਬਦਲ ਨਹੀਂ ਸਕਦਾ। ਰਿਪੀਟ ਹੋਣਾ ਹੈ ਲੇਕਿਨ ਬਦਲ ਨਹੀਂ ਸਕਦਾ। ਡਰਾਮਾ ਵਿੱਚ ਤੁਹਾਡੇ ਅੰਤਿਮ ਜਨਮ ਨੂੰ ਵੀ ਪਾਵਰਸ ਹੈ ਡਰਾਮਾ, ਲੇਕਿਨ ਡਰਾਮਾ ਵਿੱਚ ਸ੍ਰੇਸ਼ਟ ਬ੍ਰਾਹਮਣ ਜਨਮ ਵਿੱਚ ਬਹੁਤ ਹੀ ਪਾਵਰਸ ਮਿਲੀ ਹੋਈ ਹੈ। ਬਾਪ ਨੇ ਵਿਲ ਕੀਤਾ ਹੈ ਨਾ, ਇਸ ਲਈ ਵਿਲ ਪਾਵਰ ਹੈ। ਤਾਂ ਕਿਹੜਾ ਸ਼ਬਦ ਯਾਦ ਰੱਖੋਗੇ? ਕਰਨ ਕਰਾਵਨ ਹਾਰ। ਪੱਕਾ? ਜਾਂ ਪਲੇਨ ਵਿੱਚ ਜਾਂਦੇ ਜਾਂਦੇ ਭੁੱਲ ਜਾਓਗੇ? ਭੁੱਲਣਾ ਨਹੀਂ। ਹੁਣ ਫਿਰ ਤੋਂ ਆਪਣੇ ਸਰੀਰ ਦੇ ਬੰਧਨ ਤੋਂ ਨਿਆਰਾ ਕਰਮਾਤੀਤ ਕਰਮ ਕਰਾ ਰਹੇ ਹਾਂ, ਲੇਕਿਨ ਨਿਆਰਾ ਦੇਖ ਰਹੇ ਹਾਂ। ਗੱਲ ਕਰ ਰਹੇ ਹਾਂ ਲੇਕਿਨ ਨਿਆਰਾ ਮਾਲਿਕ ਬਾਪ ਦੁਆਰਾ ਨਿਮਿਤ ਆਤਮਾ ਹਾਂ। ਇਸ ਸਮ੍ਰਿਤੀ ਵਿੱਚ ਫਿਰ ਤੋਂ ਮਨ ਬੁੱਧੀ ਨੂੰ ਸਥਿਤ ਕਰੋ। ਬਾਬਾ ਨੇ ਫਿਰ ਡਰਿਲ ਕਰਾਈ। ਅੱਛਾ, ਚਾਰੋਂ ओर ਦੀ ਸਦਾ ਸੇਵਾ ਦੇ ਉਮੰਗ ਉਤਸ਼ਾਹ ਵਿੱਚ ਰਹਿਣ ਵਾਲੀਆਂ ਸੇਵਾਧਾਰੀ ਆਤਮਾਵਾਂ, ਸਦਾ ਸਵ ਪੁਰਸ਼ਾਰਥ ਸੇਵਾ ਦੋਨਾਂ ਦਾ ਬੈਲੈਂਸ ਰੱਖਣ ਵਾਲੀਆਂ ਬਲਿਸਫੁਲ ਆਤਮਾਵਾਂ, ਸਦਾ ਨਿਸਵਾਰਥ ਰਹਿਮ ਦਿਲ ਬਨ ਸਰਵ ਆਤਮਾਵਾਂ ਪ੍ਰਤੀ ਸੱਚਾ ਰਹਿਮ ਕਰਨ ਵਾਲੀਆਂ ਵਿਸ਼ੇਸ਼ ਆਤਮਾਵਾਂ, ਸਦਾ ਸੈਕਿੰਡ ਵਿੱਚ ਆਪਣੇ ਆਪ ਨੂੰ ਕਰਮ ਬੰਧਨ ਅਨੇਕ ਰੋਇਲ ਬੰਧਨਾਂ ਤੋਂ ਮੁਕਤ ਕਰਨ ਵਾਲੀਆਂ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਵਰਦਾਨ ਹੈ ਆਗਿਆਕਾਰੀ ਬਨ ਬਾਪ ਦੀ ਮਦਦ व ਦੁਆਵਾਂ ਦਾ ਅਨੁਭਵ ਕਰਨ ਵਾਲੇ ਸਫਲਤਾ ਮੂਰਤ ਭਵ। ਆਗਿਆਕਾਰੀ ਬਨ ਬਾਪ ਦੀ ਮਦਦ व ਦੁਆਵਾਂ ਦਾ ਅਨੁਭਵ ਕਰਨ ਵਾਲੇ ਸਫਲਤਾ ਮੂਰਤ ਭਵ। ਬਾਪ ਦੀ ਆਗਿਆ ਹੈ ਮੁਝੇ ਇੱਕ ਬਾਪ ਨੂੰ ਯਾਦ ਕਰੋ। ਇੱਕ ਬਾਬਾ ਹੀ ਸੰਸਾਰ ਹੈ। ਇਸ ਲਈ ਦਿਲ ਵਿੱਚ ਸਿਵਾਏ ਬਾਪ ਦੇ ਹੋਰ ਕੁਝ ਵੀ ਸਮਾਇਆ ਹੋਇਆ ਨਾ ਹੋਵੇ। ਇੱਕ ਮਤ, ਇੱਕ ਬਲ, ਇੱਕ ਭਰੋਸਾ। ਜਿੱਥੇ ਇੱਕ ਹੈ ਉੱਥੇ ਹਰ ਕਾਰਜ ਵਿੱਚ ਸਫਲਤਾ ਹੈ।
ਉਹਦੇ ਲਈ ਕੋਈ ਵੀ परिस्थिति ਨੂੰ ਪਾਰ ਕਰਨਾ ਸਹਿਜ ਹੁੰਦਾ ਹੈ। ਆਗਿਆ ਪਾਲਨ ਕਰਨ ਵਾਲੇ ਬੱਚਿਆਂ ਨੂੰ ਬਾਪ ਦੀਆਂ ਦੁਆਵਾਂ ਮਿਲਦੀਆਂ ਨੇ, ਇਸ ਲਈ ਮੁਸ਼ਕਿਲ ਵੀ ਸਹਿਜ ਹੋ ਜਾਂਦਾ ਹੈ। ਸਲੋਗਨ ਹੈ, ਨਵੇਂ ਬ੍ਰਾਹਮਣ ਜੀਵਨ ਦੀ ਸਮ੍ਰਿਤੀ ਵਿੱਚ ਰਹੋ। ਕੋਈ ਵੀ ਪੁਰਾਣਾ ਸੰਸਕਾਰ ਇਮਰਜ ਨਹੀਂ ਹੋ ਸਕਦਾ। ਨਵੇਂ ਬ੍ਰਾਹਮਣ ਜੀਵਨ ਦੀ ਸਮ੍ਰਿਤੀ ਵਿੱਚ ਰਹੋ ਤਾਂ ਕੋਈ ਵੀ ਪੁਰਾਣਾ ਸੰਸਕਾਰ ਇਮਰਜ ਨਹੀਂ ਹੋ ਸਕਦਾ। ਅੱਛਾ, ਓਮ ਸ਼ਾਂਤੀ।